ਪ੍ਰਵਾਸੀ ਪ੍ਰਾਪਰਟੀ ਸ਼ੋਅ ਦੇ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਕਰਦੇ ਹਾਂ ਬਹੁਤ-ਬਹੁਤ ਸਵਾਗਤ। ਅੱਜ ਮੈਂ ਖੁਦ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੋਸਟਲੀ ਸਾਡੇ ਸਟਾਫ ਦੇ ਵਿੱਚੋਂ ਰਾਖੀ ਹੋਰੀ ਤੁਹਾਡੇ ਲਈ ਪ੍ਰੋਗਰਾਮ ਹੋਸਟ ਕਰਦੇ ਰਹੇ ਆ ਲੰਬੇ ਸਮੇਂ ਤੋਂ, ਪਰ ਵਿੱਚ ਵਿਚਾਲੇ ਹੁਣ ਮੈਂ ਵੀ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਇਆ ਕਰਾਂਗਾ ਪ੍ਰੋਗਰਾਮ ਲੈ ਕੇ। ਰੀਅਲ ਸਟੇਟ ਦਾ ਇਹ ਸਾਡਾ ਸ਼ੋਅ ਹੈ ਔਰ ਮੈਂ ਕਿਉਂਕਿ ਖੁਦ ਰੀਅਲ ਸਟੇਟ ਨਾਲ ਥੋੜ੍ਹੇ ਸਮੇਂ ਲਈ ਜੁੜਿਆ ਰਿਹਾ ਔਰ ਇਸ ਵੇਲੇ ਨੋ ਡਾਊਟ ਸਾਡੇ ਇਸ ਮੁਲਕ ਦੇ ਵਿੱਚ ਰੀਅਲ ਸਟੇਟ ਬੜਾ ਵੱਡਾ ਇੱਕ ਜਿਹੜਾ ਇਸ ਵੇਲੇ ਇਸ਼ੂ ਹੈ। ਉਹਦੇ ਕਈ ਫੈਕਟਰਸ ਨੇ ਜੋ ਇਮੀਗ੍ਰੈਂਟ ਇੱਥੇ ਆ ਰਹੇ ਹੈ ਤਿਉਂ ਉਹਨਾਂ ਦੀਆਂ ਨੀਡਸ, ਔਰ ਤੁਸੀਂ ਦੇਖਿਆ ਹੋਏਗਾ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਵੀ, ਡਿਬੇਟ ਦੇ ਵਿੱਚ ਵੀ, ਜਿੱਥੇ ਇਨਵਾਇਰਨਮੈਂਟ, ਇਕੋਨੋਮੀ, ਇਹ ਸਾਰੇ ਇਸ਼ੂ ਸੀਗੇ, ਉਹਦੇ 'ਚ ਰੀਅਲ ਸਟੇਟ ਵੀ ਬੜਾ ਵੱਡਾ, ਇੱਕ ਅਫੋਰਡੇਬਲ ਹਾਊਸਿੰਗ ਵੀ ਇੱਕ ਬੜਾ ਵੱਡਾ ਮੁੱਦਾ ਡਿਬੇਟ ਦੇ ਵਿੱਚ ਵੀ ਰਿਹਾ ਹੈ। ਤਾਂ ਉਹਦਾ ਕਾਰਨ ਸਿਰਫ ਇਹੀ ਹੈ ਕਿ ਇਮੀਗ੍ਰੈਂਟਸ ਆ ਰਹੇ ਹੈ, ਉਹਨਾਂ ਦੀਆਂ ਨੀਡਸ ਨੇ, ਇੱਥੇ ਹਾਊਸਿੰਗ ਦੀਆਂ ਵੀ ਨੀਡਸ ਨੇ। ਤੇ ਦੋ ਤਰ੍ਹਾਂ ਦੀਆਂ ਨੀਡਸ ਨੇ ਉਹਨਾਂ ਦੀਆਂ। ਇੱਕ ਤਰ੍ਹਾਂ ਦੀਆਂ ਨੀਡ ਤੇ ਉਹਨਾਂ ਦੇ ਰਹਿਣ ਵਾਸਤੇ ਹੈ, ਆਫ ਕੋਰਸ ਹਰ ਇੱਕ ਨੂੰ ਆਏ ਨੂੰ, ਇਮੀਗ੍ਰੈਂਟ ਨੂੰ ਸਿਰ ਛੁਪਾਉਣ ਦੇ ਲਈ, ਸਿਰ ਢੱਕਣ ਲਈ ਘਰ ਚਾਹੀਦਾ ਹੈ ਆਪਣੇ ਲਈ, ਆਪਣੇ ਪਰਿਵਾਰ ਲਈ। ਦੂਜਾ, ਜਿਹੜੇ ਲੋਕ ਇਨਵੈਸਟ ਕਰਦੇ ਪਏ ਹੈ, ਬੜੇ ਸਾਰੇ ਲੋਕ ਇੱਥੇ ਲੋਕਲ ਰਹਿ ਕੇ ਇੱਥੇ ਇਨਵੈਸਟ ਕਰਦੇ ਆ। ਬਹੁਤ ਸਾਰੇ ਲੋਕ ਐਸੇ ਵੀ ਹੈ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹੈ ਤੇ ਉੱਥੋਂ ਬੈਠ ਕੇ ਵੀ ਇਨਵੈਸਟ ਕਰ ਰਹੇ ਹੈ। ਉਹਨਾਂ ਦੇ ਬਾਰੇ ਤਾਂ ਨੋ ਡਾਊਟ ਸਰਕਾਰ ਬੜੀ ਚਿੰਤਤ ਹੈ ਕਿ ਉਹਨਾਂ ਦੇ ਉੱਤੇ ਕੋਈ ਨਾ ਕੋਈ ਸ਼ਿਕੰਜਾ ਕੱਸਿਆ ਜਾਵੇ, ਕੋਈ ਸਖਤ ਕਾਨੂੰਨ ਬਣਾਏ ਜਾਣ, ਪਰ ਇੱਦਾਂ ਲੱਗਦਾ ਕਿ ਉਹ ਬੜਾ ਛੋਟਾ ਜਿਹਾ ਇੱਕ ਸੈਕਸ਼ਨ ਹੈ, ਉਹ ਬਹੁਤ ਵੱਡਾ ਫੈਕਟਰ ਨਹੀਂ ਹੈ ਜਿਹੜੀ ਐਪਰੀਸੀਏਸ਼ਨ ਹੋ ਰਹੀ ਹੈ ਰੀਅਲ ਸਟੇਟ 'ਚ ਉਹਦਾ। ਅਤੇ ਦੂਜਾ ਪਾਰਟ ਜਿਹੜਾ ਰੀਅਲ ਸਟੇਟ ਦਾ ਉਹ ਹੈ ਜਿਹੜਾ ਇੱਥੋਂ ਦਾ ਕਮਰਸ਼ੀਅਲ, ਸਾਡਾ ਜਿਸ ਕਮਰਸ਼ੀਅਲ ਰੀਅਲ ਸਟੇਟ ਹੈ। ਤਾਂ ਬਹੁਤ ਸਾਰੇ ਲੋਕ ਜਿਹੜੇ ਹੁਣ ਇਮੀਗ੍ਰੈਂਟ ਆ ਰਹੇ, ਇੱਕ ਸਮਾਂ ਐਸਾ ਸੀ ਰਿਫਿਊਜੀ ਆਏ ਇੱਥੇ, ਫਿਰ ਇੱਕ ਸਮਾਂ ਆਇਆ ਸੀ ਜਦੋਂ ਅਸੀਂ ਲੋਕ ਆਏ ਹਾਂ ਇੱਥੇ, ਉਦੋਂ ਅਸੀਂ ਆਏ ਹਾਂ ਸਕਿਲਡ ਕੈਟਾਗਰੀ ਵਾਲੇ ਲੋਕ, ਪੁਆਇੰਟ ਸਿਸਟਮ 'ਤੇ ਆਏ। ਪਰ ਹੁਣ ਆਫ ਲੇਟ ਬਹੁਤ ਲੋਕ ਇੱਥੇ ਆ ਰਹੇ ਹੈ ਜਿਹੜੇ ਇਨਵੈਸਟ ਕਰ ਰਹੇ ਇੱਥੇ, ਐਜ਼ ਇਨਵੈਸਟਰ ਵੀ ਆ ਰਹੇ ਹੈ। ਉਹਨਾਂ ਦੀਆਂ ਵੀ ਬੜੀਆਂ ਲੋੜਸ ਨੇ ਰੀਅਲ ਸਟੇਟ ਦੀਆਂ, ਉਹਨਾਂ ਨੂੰ ਵੀ ਜਾਣਨਾ ਹੈ ਕਿ ਕਿੱਥੇ ਕਿੱਥੇ ਇਨਵੈਸਟ ਕਰਨ। ਅਤੇ ਉਹਦੇ ਨਾਲ ਨਾਲ ਜਿਹੜੇ ਆਪਣੇ ਇੱਥੇ ਭੈਣ ਭਰਾ, ਆਪਣੀ ਕਮਿਊਨਿਟੀ ਦੇ ਤੁਸੀਂ ਲੋਕ ਹੋ ਸਾਰੇ, ਤੁਹਾਡੀ ਵੀ ਬੜੀ ਨੀਡ ਹੈ ਕਿ ਕੋਈ ਤੁਸੀਂ ਰੀਅਲ ਸਟੇਟ 'ਚ ਵੀ ਕਮਰਸ਼ੀਅਲ ਦੇ ਪਾਸੇ ਵੀ ਇਨਵੈਸਟ ਕਰੋ। ਤਾਂ ਕਮਰਸ਼ੀਅਲ ਕਈ ਲੋਕ ਖੁਦ ਕੋਈ ਗੈਸ ਸਟੇਸ਼ਨ ਚਲਾਉਣਾ ਹੈ, ਕੋਈ ਪਲਾਜ਼ਾ, ਕੋਈ ਕੁਛ ਆਪ ਲਈ ਵੀ ਕਈ ਵਾਰੀ ਲੋਕ ਉਹਨਾਂ ਨੂੰ ਲੋੜ ਹੁੰਦੀ ਹੈ। ਅਤੇ ਕਈ ਵਾਰੀ ਐਜ਼ ਇਨਵੈਸਟਰ ਵੀ ਬੜੇ ਲੋਕ ਜਿਹੜੇ ਰੀਅਲ ਸਟੇਟ ਦੇ ਕਮਰਸ਼ੀਅਲ ਸੈਕਸ਼ਨ ਜਿਹੜਾ ਹੈ, ਕਮਰਸ਼ੀਅਲ ਸੈਗਮੈਂਟ ਹੈ, ਉਹਦੇ 'ਚ ਇਨਵੈਸਟ ਕਰਨਾ ਚਾਹੁੰਦੇ ਆ। ਅੱਜ ਉਹਦੀ ਨੀਡ ਨੂੰ ਅਤੇ ਉਹਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਤੇ ਮੇਰੇ ਨਾਲ ਦੋ ਬੜੇ ਹੀ ਤਜਰਬੇਕਾਰ ਜਿਹੜੇ ਸਾਡੇ ਇਸ ਸ਼ੋਅ ਦੇ ਮਹਿਮਾਨ ਹੁੰਦੇ ਆ, ਰੀਅਲਟਰ ਪ੍ਰਵੀਨ ਅਰੋੜਾ ਹੋਰੀ ਔਰ ਸ਼ਮਸ਼ੇਰ ਢਿੱਲੋਂ ਹੋਰੀ, ਉਹ ਹਮੇਸ਼ਾ ਦੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣੇ, ਉਹਨਾਂ ਤੋਂ ਕਮਰਸ਼ੀਅਲ ਰੀਅਲ ਸਟੇਟ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਵੀ ਮੈਨੂੰ ਬੜੀ ਖੁਸ਼ੀ ਹੈ ਕਹਿੰਦੇ ਹੋਇਆ ਕਿ ਮੈਂ ਇਸ ਟੀਮ ਦਾ ਖੁਦ ਵੀ ਹਿੱਸਾ ਰਹਿ ਚੁੱਕਾ, ਜਿੰਨਾ ਕੁ ਸਮਾਂ ਵੀ ਮੈਂ ਰੀਅਲ ਸਟੇਟ ਕੀਤੀ, ਔਰ ਬੜਾ ਸਾਡੇ ਅੱਛੇ, ਬਹੁਤ ਪੁਰਾਣੇ ਅਤੇ ਬੜੇ ਵਧੀਆ ਸੰਬੰਧ ਵੀ ਨੇ। ਪ੍ਰਵੀਨ ਜੀ, ਸਵਾਗਤ ਕਰਦੇ ਹਾਂ। ਸੈਣੀ ਸਾਹਿਬ, ਮੇਰੇ ਕਨੀਓ ਪ੍ਰਵਾਸੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ। ਔਰ ਮੇਰੇ ਵੱਲੋਂ ਵੀ ਪ੍ਰਵਾਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਇਹਦੇ 'ਚ ਜੋ ਸਾਡੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈ ਮਾਰਕੀਟ ਦੀ ਅਪਡੇਟ ਤੋਂ। ਪਹਿਲਾਂ ਥੋੜ੍ਹੀ ਜਿਹੀ ਅਪਡੇਟ ਲੈ ਲਈਏ, ਅਤੇ ਕੀ ਹੈ ਜੀ ਮਾਰਕੀਟ ਦੀ ਅਪਡੇਟ? ਸੈਣੀ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਕਾਫੀ ਪਿਛਲੇ ਹਫ਼ਤਿਆਂ ਤੋਂ ਡਿਸਕਸ ਕਰਦੇ ਆ ਰਹੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੀ ਇਨਵੈਂਟਰੀ ਉਹ ਲਗਾਤਾਰ ਘਟਦੀ ਜਾ ਰਹੀ ਆ ਜੀ। ਮਤਲਬ ਹਰ ਵੀਕ ਜਿਹੜੀ ਇਨਵੈਂਟਰੀ ਆ ਥੋੜ੍ਹੀ ਥੱਲੇ ਜਾ ਰਹੀ ਆ। ਮਾਰਕੀਟ 'ਚ ਘਰ ਆ ਰਹੇ ਨੇ, ਨਾਲ ਦੀ ਨਾਲ ਉਹ ਸੈੱਲ ਵੀ ਹੋ ਰਹੇ ਨੇ, ਬਟ ਇਨਵੈਂਟਰੀ ਦਾ ਜਿਹੜਾ ਲੈਵਲ ਆ ਉਹ ਹਜੇ ਵੀ ਕਾਫੀ ਥੱਲੇ ਬਣਿਆ ਹੋਇਆ। ਉਹਦੇ ਕਰਕੇ ਮਲਟੀਪਲ ਆਫਰਸ ਅਤੇ ਘਰਾਂ ਦਾ ਸੈੱਲ ਹੋਣਾ ਫਾਸਟ, ਅਤੇ ਜਿਹੜੇ ਪ੍ਰਾਈਸਿਸ ਦਾ ਉੱਪਰ ਜਾਣਾ ਉਹ ਲਗਾਤਾਰ ਜਿਵੇਂ ਕਹ ਲਓ ਕਿ ਉਹ ਬਣਿਆ ਹੋਇਆ ਹਜੇ ਵੀ। ਜੀ। ਔਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਅੱਗੇ ਇੱਕ ਦੌਰ ਆਉਂਦਾ ਸੀ, ਲੰਮਾ ਸਪੈਲ ਆਉਂਦਾ ਸੀ ਕਿ ਜਦੋਂ ਬਹੁਤ ਇਨਵੈਂਟਰੀ ਹੈ, ਫਿਰ ਇੱਕ ਸਪੈਲ ਆਉਂਦਾ ਸੀ ਜਦੋਂ ਇਨਵੈਂਟਰੀ ਬਿਲਕੁਲ ਘੱਟ ਹੈ। ਹਾਂਜੀ, ਹੁਣ ਬੜੀ ਤੇਜ਼ੀ ਦੇ ਨਾਲ ਬਦਲਾਅ ਆ ਰਿਹਾ ਹੈ। ਇੱਕ ਸ਼ਾਰਟ ਸਪੈਲ ਲਈ ਪਤਾ ਲੱਗਾ ਬਿਲਕੁਲ ਹੀ ਇਨਵੈਂਟਰੀ ਖਤਮ ਹੋ ਗਈ, ਫਿਰ ਪਤਾ ਲੱਗਾ ਨਹੀਂ ਜੀ ਇਨਵੈਂਟਰੀ ਆ ਵੀ ਗਈ ਹੈ। ਤਾਂ ਇਹ ਕੋਈ ਫਰੀਕੁਐਂਟਲੀ ਹੋਣ ਲੱਗ ਪਿਆ। ਇਹ ਸੈਣੀ ਸਾਹਿਬ, ਜਿਸ ਤਰ੍ਹਾਂ ਕਹਿ ਲਓ ਕਿ ਪਹਿਲਾਂ ਜਿਹੜੀਆਂ ਸਾਈਕਲ ਸੀਗੀਆਂ ਰੀਅਲ ਸਟੇਟ ਦੇ ਵਿੱਚ ਉਹ ਥੋੜ੍ਹਾ ਲੰਬਾ ਟਾਈਮ ਚੱਲਦੀਆਂ ਸੀ। ਹੁਣ ਜਿਵੇਂ ਮਾਰਕੀਟ ਦੇ ਵਿੱਚ ਪਿਛਲੇ 1.5 ਸਾਲ ਤੋਂ ਜਿੱਦਾਂ ਕੋਵਿਡ ਕਰਕੇ ਬੜੀ ਅਨਸਰਟਨਿਟੀ ਬਣੀ ਹੋਈ ਆ, ਇਹ ਇਨਵੈਂਟਰੀ ਉੱਪਰ ਥੱਲੇ ਕਾਫੀ ਫਰੀਕੁਐਂਟਲੀ ਚੇਂਜ ਹੋ ਰਹੀ ਆ। ਮਤਲਬ ਮਾਰਕੀਟ ਦੇ ਵਿੱਚ ਥੋੜ੍ਹੀ ਵੀ ਕੋਈ ਨਿਊਜ਼ ਆ ਜਿਹੜੀ ਉਹ ਕਾਫੀ ਵੱਡਾ ਇੰਪੈਕਟ ਪਾ ਰਹੀ ਆ ਰੀਅਲ ਸਟੇਟ ਮਾਰਕੀਟ ਦੇ ਉੱਪਰ ਜੀ। ਤੁਸੀਂ ਥੋੜਾ ਦੱਸੋ ਸ਼ਮਸ਼ੇਰ ਜੀ, ਇਸ ਵਾਰ ਮੈਨੂੰ ਬੜੀ ਹੈਰਾਨਗੀ ਹੋਈ ਕਿਉਂਕਿ ਅਸੀਂ ਵਾਚ ਕਰਦੇ ਰਹੇ ਹਾਂ ਡਿਬੇਟਸ ਨੂੰ ਵੀ। ਤਾਂ ਆਈ ਬਲੀਵ ਕਿ ਜਿੱਥੇ ਹਾਊਸਿੰਗ ਜਿਹੜੀ ਮਾਰਕੀਟ ਹੈ ਜੀ, ਸਾਡੇ ਲਈ ਜ਼ਰੂਰੀ ਹੈ, ਸਾਡੇ ਮੁਲਕ ਦੇ ਲੀਡਰਾਂ ਲਈ ਵੀ ਇੱਕ ਬੜਾ ਵੱਡਾ ਚੈਲੰਜ ਹੋ ਗਿਆ ਹੈ ਕਿ ਕਿਵੇਂ ਕੰਟਰੋਲ 'ਚ ਰੱਖਿਆ ਜਾਵੇ ਇਹਨਾਂ
ਰੀਅਲ estate ਦੀਆਂ ਵੱਧਦੀਆਂ ਪ੍ਰਾਈਸਿਸ ਨੂੰ? ਦੇਖੋ ਜੀ ਸੈਣੀ ਸਾਹਿਬ, ਗਵਰਨਮੈਂਟ ਜਿਹੜੀ ਆ ਟਾਈਮ ਟੂ ਟਾਈਮ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਕਿਵੇਂ ਸਿਟੀਜ਼ਨਸ ਦੀ ਲਾਈਫ ਸੌਖੀ ਕੀਤੀ ਜਾਵੇ ਜੀ, ਔਰ ਉਹਦੇ ਡਿਫਰੈਂਟ ਏਰੀਆਜ਼ ਦੇ ਵਿੱਚ ਕਿਵੇਂ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਅੱਜ ਦਾ ਜੋ ਮੇਨ ਮੁੱਦਾ ਹੈਗਾ ਉਹ ਹੈਗਾ ਅਫੋਰਡੇਬਲ ਹਾਊਸਿੰਗ ਦਾ ਜੀ। ਸੋ ਅਫੋਰਡੇਬਲ ਹਾਊਸਿੰਗ ਜਿਹੜੀ ਆ ਕੈਨੇਡਾ ਦੇ ਵਿੱਚ ਇੰਨੀ ਕੁ ਹੁਣ ਔਖੀ ਹੋ ਗਈ ਆ, ਖਾਸ ਕਰਕੇ ਜੇ ਅਸੀਂ ਜਿਹੜੇ ਫਸਟ ਟਾਈਮ ਬਾਇਰਸ ਨੇ, ਯੰਗਸਟਰਸ ਨੇ, ਜਿਹੜੇ ਆਪਣੀ ਲਾਈਫ ਸ਼ੁਰੂ ਕਰ ਰਹੇ ਨੇ, ਫੈਮਿਲੀ ਸ਼ੁਰੂ ਕਰ ਰਹੇ ਨੇ, ਓਬਵੀਅਸਲੀ ਸਭ ਤੋਂ ਪਹਿਲਾ ਸਟੈਪ ਜਿਹੜਾ ਆ ਉਹ ਜਾਂ ਤਾਂ ਰੈਂਟਿੰਗ ਦਾ, ਔਰ ਰੈਂਟਿੰਗ ਤੋਂ ਬਾਅਦ ਜਿਹੜਾ ਉਹ ਹੋਮ ਓਨਰਸ਼ਿਪ ਦਾ ਹੁੰਦਾ ਆ। ਲੇਕਿਨ ਉਹ ਪ੍ਰੋਸੈਸ ਅੱਜ ਇੰਨਾ ਕੁ ਔਖਾ ਹੋ ਗਿਆ ਆ ਕਿ ਜੇ ਇੱਕ ਹਸਬੈਂਡ ਐਂਡ ਵਾਈਫ ਦੋਵੇਂ ਪ੍ਰੋਫੈਸ਼ਨਲ ਨੇ, ਉਹ 75, 80, $1 ਲੱਖ ਈਚ ਬਣਾ ਰਹੇ ਨੇ, ਤਾਂ ਵੀ ਉਹ ਬਹੁਤ ਮੁਸ਼ਕਲ ਨਾਲ ਛੋਟੀ ਜਿਹੀ ਪ੍ਰਾਪਰਟੀ ਦੇ ਲਈ ਕੁਆਲੀਫਾਈ ਕਰਦੇ ਨੇ, ਕਿਉਂਕਿ ਪ੍ਰਾਈਸਿਸ ਇੱਕ ਤਾਂ ਇੰਨੀਆਂ ਉੱਪਰ ਚਲੀਆਂ ਗਈਆਂ ਨੇ, ਔਰ ਦੂਸਰਾ ਜਿਹੜਾ ਬੈਂਕਿੰਗ ਦਾ ਕੁਆਲੀਫਾਈਂਗ ਸਿਸਟਮ ਹੈ ਉਹ ਵੀ ਕਾਫੀ ਜ਼ਿਆਦਾ ਟਫ ਹੋ ਗਿਆ ਆ। ਸੋ ਇਹਦੇ ਨਾਲ ਮਾਰਕੀਟ ਦੇ ਵਿੱਚ ਇੱਕ ਅਨਸਰਟਨਟੀ ਬਣੀ ਹੋਈ ਹੈ, ਔਰ ਖਾਸ ਕਰਕੇ ਜਿਹੜੇ ਫਸਟ ਟਾਈਮ ਬਾਇਰਸ ਨੇ ਉਹਨਾਂ ਲਈ ਇੱਕਦਮ ਇੱਕ ਤਰ੍ਹਾਂ ਨਾਲ ਨਾਮੁਮਕਿਨ ਹੋ ਗਿਆ ਹੋਮ ਓਨਰਸ਼ਿਪ ਦਾ ਡ੍ਰੀਮ ਜਿਹੜਾ ਪੂਰਾ ਕਰਨਾ। ਬਿਲਕੁਲ ਠੀਕ ਹੈ ਜੀ, ਔਰ ਇਹ ਬੜਾ ਵੱਡਾ ਵਿਸ਼ਾ ਹੈ, ਇਹ ਤੇ ਬੜੀ ਵਿਸਥਾਰ 'ਚ ਗੱਲ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਿ ਅਸੀਂ ਕਮਰਸ਼ੀਅਲ ਜਿਹੜੀ ਰੀਅਲ estate ਦੀ ਅੱਜ ਗੱਲ ਕਰਨੀ ਉਹਦੇ ਬਾਰੇ ਤੁਰੀਏ, ਬੜਾ ਔਖਾ ਪ੍ਰੈਡਿਕਟ ਕਰਨਾ ਕਿ ਕਿੱਧਰ ਨੂੰ ਜਾਏਗੀ ਰੀਅਲ estate ਮਾਰਕੀਟ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਇਆ ਤੁਹਾਡੇ ਸਾਡੇ ਦਰਸ਼ਕਾਂ ਵਾਸਤੇ ਕੀ ਸਲਾਹ ਹੈ? ਸੈਣੀ ਸਾਹਿਬ, ਮੈਨੂੰ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਇਨਵੈਂਟਰੀ ਦੀ ਸਿਚੁਏਸ਼ਨ ਆ, ਤੁਸੀਂ ਪੋਲਿਟਿਕਸ ਨਾਲ ਕਾਫੀ ਜੁੜੇ ਹੋਏ ਹੋ ਮੀਡੀਆ ਕਰਕੇ, ਹਾਲਾਂਕਿ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਕੁਝ ਸਟੈਪਸ ਚੱਕੇ ਜਾਣਗੇ ਸਟਰੋਂਗ ਅਫੋਰਡੇਬਲ ਹਾਊਸਿੰਗ ਵਾਸਤੇ ਜਾਂ ਕੁਝ ਚੀਜ਼ਾਂ, ਪਰ ਮੈਨੂੰ ਲੱਗਦਾ ਨਹੀਂ ਕੋਈ ਏਡੀ ਓਵਰਨਾਈਟ ਚੇਂਜ ਮਾਰਕੀਟ 'ਚ ਆਉਣ ਵਾਲੀ ਜੀ। ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਇਹ ਪ੍ਰਾਈਸਿਸ ਨੇ ਘਰਾਂ ਦੇ, ਕਿਉਂਕਿ ਸਪਲਾਈ ਤੇ ਡਿਮਾਂਡ ਦਾ ਫੈਕਟਰ ਆ, ਮੈਨੂੰ ਲੱਗ ਨਹੀਂ ਰਿਹਾ ਕਿ ਪ੍ਰਾਈਸਿਸ ਕੋਈ ਬਹੁਤੇ ਥੱਲੇ ਆਣਗੇ ਜਾਂ ਕੁਝ ਇਸ ਤਰ੍ਹਾਂ ਦੀ। ਇਹ ਹੋ ਸਕਦਾ ਕਿ ਗਵਰਨਮੈਂਟ ਅਗਰ ਕੋਈ ਥੋੜੇ ਜਿਹੇ ਕੰਸਟਰਕਟਿਵ ਸਟੈਪਸ ਚੱਕੇ ਤਾਂ ਪ੍ਰਾਈਸਿਸ ਸਟੇਬਲ ਹੋ ਜਾਣ, ਪਰ ਮੈਨੂੰ ਕੋਈ ਥੱਲੇ ਆਉਣ ਵਾਲੀ ਮਾਰਕੀਟ ਦੇ ਵਿੱਚ ਕੋਈ ਸਿਚੁਏਸ਼ਨ ਨਹੀਂ ਨਜ਼ਰ ਆ ਰਹੀ। ਲਓ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਪ੍ਰਵੀਨ ਹੋਰਾਂ ਨੇ ਕਿ ਇੰਨੀ ਛੇਤੀ ਕੋਈ ਪ੍ਰਾਈਸਿਸ ਥੱਲੇ ਨਹੀਂ ਆਉਣ ਵਾਲੇ। ਇੰਟਰਸਟ ਰੇਟ ਵੀ ਸਟੈਡੀ ਨੇ, ਅੱਜ ਵੀ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਨਾ ਵਧਾਏ ਨਾ ਘਟਾਏ, ਲੱਗਦਾ ਹੈ ਅਜੇ ਹੋਰ ਵੀ ਆਉਣ ਵਾਲੇ ਕਈ ਮਹੀਨੇ ਤੱਕ ਇਹ ਰੇਟ 'ਚ ਕੋਈ ਚੇਂਜ ਨਹੀਂ ਆਣੀ। ਔਰ ਜਿਸ ਤਰ੍ਹਾਂ ਦੱਸਿਆ ਹੈ ਸ਼ਮਸ਼ੇਰ ਹੋਰਾਂ ਨੇ ਵੀ ਕਿ ਬਹੁਤ ਹੀ ਟਫ ਹੁੰਦਾ ਜਾ ਰਿਹਾ ਫਸਟ ਟਾਈਮ ਹੋਮ ਬਾਇਰਸ ਲਈ। ਇੱਕ ਸੌਰੀ ਟੂ ਇੰਟਰਪਟ ਯੂ ਸੈਣੀ ਸਾਹਿਬ, ਇੱਥੇ ਮੈਂ ਇੱਕ ਗੱਲ ਐਡ ਕਰਨੀ ਚਾਹੂੰਗਾ ਕਿ ਜਿਹੜੀਆਂ ਛੋਟੀਆਂ ਪ੍ਰਾਪਰਟੀਆਂ ਸੀਗੀਆਂ ਉਹਨਾਂ ਦੇ ਉੱਤੇ ਤਾਂ ਮਲਟੀਪਲ ਆਫਰਸ ਹੋ ਹੀ ਰਹੀਆਂ ਸੀਗੀਆਂ, ਉਹ ਤਾਂ ਓਵਰ ਆਸਕਿੰਗ ਜਾ ਹੀ ਰਹੀਆਂ ਸੀਗੀਆਂ। ਹੁਣ ਲੇਟਲੀ ਇੱਕ ਅਸੀਂ ਟ੍ਰੈਂਡ ਦੇਖ ਰਹੇ ਹਾਂ ਕਿ ਜਿਹੜੀਆਂ $multi million ਪ੍ਰਾਪਰਟੀਆਂ ਵੀ ਨੇ ਉਹਨਾਂ ਦੇ ਉੱਤੇ ਵੀ ਬਿਡਿੰਗ ਹੋ ਰਹੀ ਹੈ, ਔਰ ਉਹ ਵੀ ਆਸਕਿੰਗ ਪ੍ਰਾਈਸ ਤੋਂ 50, 60, $1 ਲੱਖ ਆਮ ਤੌਰ ਤੇ ਉੱਤੇ ਜਾ ਰਹੀਆਂ ਆ। ਸੋ ਹਰ ਇੱਕ ਪ੍ਰਾਈਸ ਰੇਂਜ ਦੇ ਵਿੱਚ ਜਿਹੜਾ ਕੰਪੀਟੀਸ਼ਨ ਆ ਉਹ ਵਧਿਆ ਹੈ, ਡਿਮਾਂਡ ਵਧੀ ਹੈ, ਇਹਦੇ ਕਰਕੇ ਜਿਹੜੀਆਂ ਪ੍ਰਾਈਸਿਸ ਨੇ ਉਹ ਉੱਪਰ ਜਾ ਰਹੀਆਂ ਨੇ। ਠੀਕ ਹੈ ਜੀ। ਲਓ, ਅਸੀਂ ਜਦੋਂ ਰੀਅਲ estate ਦੀ ਗੱਲ ਕਰਦੇ ਹਾਂ ਤੇ ਅਕਸਰ ਇਹ ਸੋਚਦੇ ਹਾਂ ਕਿ ਘਰਾਂ ਨੂੰ ਹੀ ਸ਼ਾਇਦ ਰੀਅਲ estate ਦੀ ਮਾਰਕੀਟ ਕਿਹਾ ਜਾਂਦਾ ਹੈ। ਰੀਅਲ estate ਬੜਾ ਵੱਡਾ ਇੱਕ ਵਾਸਟ ਫਿਨੋਮੀਨਾ ਹੈ ਆਪਣੇ ਆਪ ਦੇ ਵਿੱਚ। ਇਹਦਾ ਇੱਕ ਬੜਾ ਅਹਿਮ ਹਿੱਸਾ ਹੈ ਕਮਰਸ਼ੀਅਲ ਰੀਅਲ estate। ਅੱਜ ਇਹ ਅਸੀਂ ਕਮਰਸ਼ੀਅਲ ਰੀਅਲ estate ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਅਗਲੇ ਹਿੱਸੇ 'ਚ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰਵਾਸੀ ਪ੍ਰਾਪਰਟੀਜ਼ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਸਾਡੇ ਮਹਿਮਾਨ ਪ੍ਰਵੀਨ ਅਰੋੜਾ ਔਰ ਸ਼ਮਸ਼ੇਰ ਢਿੱਲੋਂ ਹੋਰੀ, ਟੀਮ ਅਰੋੜਾ ਤੋਂ ਅਸੀਂ ਗੱਲ ਕਰਨ ਲੱਗੇ ਹਾਂ ਹੁਣ ਕਮਰਸ਼ੀਅਲ ਰੀਅਲ estate ਦੀ। ਸੋ ਕਮਰਸ਼ੀਅਲ ਰੀਅਲ estate ਆਪਣੇ ਆਪ 'ਚ ਬੜਾ ਵਾਸਟ ਇੱਕ ਤਰ੍ਹਾਂ ਦਾ ਇਹ ਵੀ ਫਿਨੋਮੀਨਾ ਹੈ। ਇਹਦੇ ਵਿੱਚ ਗੈਸ ਸਟੇਸ਼ਨ ਹੋ ਗਏ, ਇਹਦੇ ਵਿੱਚ ਜਿਹੜੇ ਤੁਹਾਡੇ ਸਟੋਰਸ ਹੋ ਗਏ, ਇਹਦੇ ਵਿੱਚ ਤੁਹਾਡੇ ਹੋਟਲ ਹੋ ਗਏ, ਇਹਦੇ 'ਚ ਬਹੁਤ ਕੁਝ ਹੈ ਜਿਹੜਾ ਇਸ ਕਮਰਸ਼ੀਅਲ ਐਸਪੈਕਟ ਨਾਲ ਜੁੜਿਆ ਹੋਇਆ ਇਸ ਦੇ ਨਾਲ। ਤੋ ਜਿਹੜੇ ਵੀ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਚਾਹਣ, ਉਹਨਾਂ ਲਈ ਇਹ ਬੜੀ ਕੀਮਤੀ ਜਾਣਕਾਰੀ ਹੈ ਜਿਹੜੀ ਪ੍ਰਵੀਨ ਹੋਰੀ ਔਰ ਸ਼ਮਸ਼ੇਰ ਹੋਰੀ ਤੁਹਾਨੂੰ ਹੁਣ ਦੇਣਗੇ। ਹਜੇ ਤੇ ਅੱਜ ਅਸੀਂ ਮੋٹے ਫੈਕਟਰਸ ਦੇ ਉੱਤੇ ਗੱਲ ਕਰਾਂਗੇ ਤਾਂ ਕਿ ਤੁਸੀਂ ਜਦੋਂ ਡਿਸੀਜਨ ਲੈਣ ਲੱਗੋ ਇਹਨਾਂ ਗੱਲਾਂ ਨੂੰ ਖਿਆਲ 'ਚ ਰੱਖੋ। ਤੋ ਟੀਮ ਅਰੋੜਾ ਜਿੱਥੇ ਇਹ ਘਰ ਵੇਚਦੇ ਆ, ਘਰ ਤੁਸੀਂ ਲੈਣੇ ਹੁੰਦੇ ਆ, ਉਹਦੇ 'ਚ ਤੁਹਾਨੂੰ ਹਾਊਸਿੰਗ ਰੈਜ਼ੀਡੈਂਸ਼ੀਅਲ ਦੇ ਵਿੱਚ ਮਦਦ ਕਰਦੇ ਆ, ਪ੍ਰੀ ਕੰਸਟਰਕਸ਼ਨ 'ਚ ਕਰਦੇ ਆ। ਇਹਨਾਂ ਦਾ ਬੜਾ ਇੱਕ ਸਟਰੋਂਗ ਇਹਦੇ ਵਿੱਚ ਇੱਕ ਸੈਕਸ਼ਨ ਹੈ, ਵਿੰਗ ਕਹਿ ਲਓ, ਉਹ ਕਮਰਸ਼ੀਅਲ ਰੀਅਲ estate ਦਾ ਵੀ ਹੈ। ਤੋ ਪ੍ਰਵੀਨ ਜੀ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ।
ਮੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਜਦੋਂ ਕੋਈ ਕਮਰਸ਼ੀਅਲ, ਪਹਿਲਾਂ ਕਮਰਸ਼ੀਅਲ ਰੀਅਲ ਏਸਟੇਟ ਦਾ ਥੋੜ੍ਹਾ ਐਸਪੈਕਟ ਕੀ ਹੈ ਤੇ ਉਹਦੇ 'ਚ ਕਿਹੜੀਆਂ ਗੱਲਾਂ ਦਾ ਖਿਆਲ ਰੱਖੋ? ਸੈਣੀ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਹੁਤੇ ਦਰਸ਼ਕਾਂ ਦੇ ਦਿਮਾਗ ਦੇ ਵਿੱਚ ਇਹ ਹੈ ਕਿ ਜਿਹੜੀ ਰੀਅਲ ਸਟੇਟ ਆ ਉਹਦਾ ਮਤਲਬ ਸਿਰਫ ਇਕੱਲੇ ਘਰ ਨੇ, ਇਕੱਲੇ ਘਰ ਹੀ ਰੀਅਲ ਸਟੇਟ ਨਹੀਂ। ਕਮਰਸ਼ੀਅਲ ਜਿਹੜੀ ਰੀਅਲ ਸਟੇਟ ਆ ਇਹ ਵੀ ਆਪਣੇ ਆਪ 'ਚ ਇੱਕ ਬਹੁਤ ਬੜੀ ਇੰਡਸਟਰੀ ਆ। ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ ਸੈਣੀ ਸਾਹਿਬ ਕਈ ਚੀਜ਼ਾਂ ਆਉਂਦੀਆਂ ਨੇ, ਜਿਸ ਤਰ੍ਹਾਂ ਕਿ ਕੋਈ ਵੀ ਜਿੱਥੇ ਕੋਈ ਬਿਜ਼ਨਸ ਆਪਰੇਟ ਹੁੰਦਾ ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਇਨਵੋਲਵ ਆ, ਚਾਹੇ ਉਹ ਰਿਟੇਲ ਯੂਨਿਟਸ ਨੇ ਜੀ, ਚਾਹੇ ਉਹ ਇੰਡਸਟਰੀਅਲ ਯੂਨਿਟਸ ਨੇ, ਚਾਹੇ ਉਹ ਫ੍ਰੀ ਸਟੈਂਡਿੰਗ ਬਿਲਡਿੰਗਸ ਨੇ, ਉਹ ਸਾਰੀਆਂ ਜਿਹੜੀਆਂ ਨੇ ਉਹ ਕਮਰਸ਼ੀਅਲ ਦੇ ਵਿੱਚ ਆਉਂਦੀਆਂ ਨੇ। ਔਰ ਇਹਦੇ ਨਾਲ ਫਿਰ ਕਮਰਸ਼ੀਅਲ ਦੇ ਵਿੱਚ ਜਿਹੜੀਆਂ ਲੀਜ਼ਿਸ ਨੇ ਬਹੁਤ ਇੰਪੋਰਟੈਂਟ ਪਾਰਟ ਪਲੇ ਕਰਦੀਆਂ ਨੇ ਕਮਰਸ਼ੀਅਲ ਸੈਗਮੈਂਟ ਦੇ ਵਿੱਚ। ਜਿਸ ਤਰ੍ਹਾਂ ਕਿਸੇ ਨੇ ਕੋਈ ਵੇਅਰ ਹਾਊਸ ਲੀਜ਼ ਕਰਨਾ ਜਾਂ ਕੋਈ ਹੋਰ ਉਹਨਾਂ ਨੇ ਇੰਡਸਟਰੀਅਲ ਯੂਨਿਟਸ ਲੀਜ਼ ਕਰਨੇ ਆ ਜਾਂ ਰਿਟੇਲ ਯੂਨਿਟਸ ਲੀਜ਼ ਕਰਨੇ ਆ, ਲੀਜ਼ਿਸ ਨੇ ਜਿਹੜੀਆਂ ਕਿਉਂਕਿ ਟੋਟਲੀ ਡਿਫਰੈਂਟ ਨੇ ਰੈਜ਼ੀਡੈਂਸ਼ੀਅਲ ਨਾਲੋਂ, ਇਹ ਵੀ ਇੱਕ ਬਹੁਤ ਬੜਾ ਪਾਰਟ ਪਲੇ ਕਰਦੀਆਂ ਨੇ ਕਮਰਸ਼ੀਅਲ ਰੀਅਲ ਸਟੇਟ ਦੇ ਵਿੱਚ। ਇਸ ਤੋਂ ਬਾਅਦ ਫਿਰ ਜਿਹੜਾ ਤੀਸਰਾ ਪਾਰਟ ਆ ਜਾਂਦਾ ਕਮਰਸ਼ੀਅਲ ਦੇ ਵਿੱਚ, ਉਹ ਹੋ ਜਾਂਦਾ ਸੇਲ ਆਫ ਬਿਜ਼ਨਸ ਦਾ। ਸੈਣੀ ਸਾਹਿਬ, ਜਿਹੜੇ ਸੇਲ ਆਫ ਬਿਜ਼ਨਸ ਨੇ ਛੋਟੇ ਤੋਂ ਲੈ ਕੇ ਜਿਹੜੇ ਬੜੇ ਬਿਜ਼ਨਸ ਨੇ, ਔਰ ਉਹਦੇ 'ਚ ਅਲੱਗ-ਅਲੱਗ ਤਰ੍ਹਾਂ ਦੇ ਬਿਜ਼ਨਸ 'ਚ ਆਉਂਦੇ ਨੇ, ਉਹਦੇ 'ਚ ਫਰੈਂਚਾਈਜ਼ ਬਿਜ਼ਨਸ ਵੀ ਆਉਂਦੇ ਨੇ, ਉਹ ਜਿਹੜੇ ਸਾਰੇ ਨੇ ਉਹ ਕਮਰਸ਼ੀਅਲ ਕੈਟਾਗਰੀ ਦੇ ਥੱਲੇ ਆਉਂਦੇ ਨੇ। ਔਰ ਇਹਦੇ ਨਾਲ ਜਿਹੜੀਆਂ ਲੈਂਡਸ ਵੀ ਸੇਲ ਹੁੰਦੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਲੈਂਡਸ ਨੇ ਉਹ ਵੀ ਕਮਰਸ਼ੀਅਲ ਕੈਟਾਗਰੀ ਦੇ ਅੰਡਰ ਸੈੱਲ ਹੁੰਦੀਆਂ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਕਮਰਸ਼ੀਅਲ ਕੈਟਾਗਰੀ ਆ ਉਹ ਰੈਜ਼ੀਡੈਂਸ਼ੀਅਲ ਨਾਲੋਂ ਵੀ ਵਾਸਟ ਆ, ਜਿਹਦੇ 'ਚ ਕਿ ਪਹਿਲਾਂ ਰੀਅਲ ਸਟੇਟ ਆਉਂਦੀ ਆ ਜਿਹੜੀ ਕਮਰਸ਼ੀਅਲ ਬਿਜ਼ਨਸ ਜਿਹਨੂੰ ਕੇਟਰ ਕਰਦੀ ਹੈ ਜੀ, ਫਿਰ ਬਿਜ਼ਨਸ ਇਟਸੈਲਫ ਆਉਂਦੇ ਨੇ, ਫਿਰ ਉਹਦੇ ਨਾਲ ਜਿਹੜੀਆਂ ਲੀਜ਼ਿਸ ਹੁੰਦੀਆਂ ਨੇ ਉਹ ਕਮਰਸ਼ੀਅਲ ਕੈਟਾਗਰੀ 'ਚ ਆਉਂਦੀਆਂ ਨੇ, ਔਰ ਨਾਲ ਇਹਦੇ ਲੈਂਡਸ ਵੀ ਨੇ ਜਿਹੜੀਆਂ ਉਹ ਕਮਰਸ਼ੀਅਲ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਜੀ। ਠੀਕ ਹੈ ਜੀ। ਔਰ ਇਹ ਜਿਸ ਤਰ੍ਹਾਂ ਦੱਸਿਆ ਪ੍ਰਵੀਨ ਹੋਰਾਂ ਨੇ, ਬੜਾ ਵੱਡਾ ਆਪਣੇ ਆਪ 'ਚ ਇੱਕ ਸਬਜੈਕਟ ਹੈ। ਤੁਸੀਂ ਤੁਹਾਡੀ ਕੋਈ ਰੀਅਲ ਸਟੇਟ ਦੀ ਕਮਰਸ਼ੀਅਲ ਕੋਈ ਕਿਸ ਤਰ੍ਹਾਂ ਦੀ ਰੀਅਲ ਸਟੇਟ ਦੀ ਨੀਡ ਹੈ, ਇਹਨਾਂ ਨੂੰ ਸੰਪਰਕ ਕਰ ਲਵੋ। ਇਹ ਤੁਹਾਨੂੰ ਬੈਠ ਕੇ ਬੜੀ ਵੱਡੀ ਟੀਮ ਹੈ, ਸਮਝਾਉਣਗੇ, ਦੱਸਣਗੇ, ਫਿਰ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਡੀਲ ਕਰਨਾ। ਸ਼ਮਸ਼ੇਰ ਜੀ, ਮੈਂ ਦੇਖਿਆ ਕਿ ਜਿੱਥੇ ਘਰ ਤੇ ਓਵਰਨਾਈਟ ਅੱਜ ਲਾਇਆ ਸਵੇਰੇ ਵਿਕ ਗਿਆ ਜੀ, ਕਮਰਸ਼ੀਅਲ ਜਿਹੜੀਆਂ ਟ੍ਰਾਂਜੈਕਸ਼ਨਸ ਨੇ ਟੇਕਸ ਲੋਟਸ ਆਫ ਟਾਈਮ, ਕਈ ਵਾਰ ਤਾਂ ਮਹੀਨੇ ਬੱਧੀ ਟਾਈਮ ਲੱਗ ਜਾਂਦਾ ਜੀ। ਔਰ ਬਟ ਨੈਚੁਰਲ ਹੈ ਕਿਉਂਕਿ ਏਡੀਆਂ ਵੱਡੀਆਂ ਡੀਲਸ ਹੁੰਦੀਆਂ ਤੇ ਕਈ ਐਸਪੈਕਟਸ ਹੁੰਦੇ ਆ। ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਕਿਸੇ ਨੇ ਕੋਈ ਕਮਰਸ਼ੀਅਲ ਪ੍ਰਾਪਰਟੀ ਲੈਣੀ ਹੈ ਤਾਂ? ਸਭ ਤੋਂ ਪਹਿਲਾਂ ਤਾਂ ਸੈਣੀ ਸਾਹਿਬ ਜਿਹੜੀਆਂ ਮੇਨ ਗੱਲਾਂ ਹੈਗੀਆਂ ਉਹਨਾਂ 'ਚੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਜਿਹੜਾ ਬਾਇਰ ਹੈ ਉਹਨੂੰ ਇੱਕ ਆਪਣਾ ਪਲਾਨ ਬਣਾਉਣਾ ਚਾਹੀਦਾ ਆ ਕਿ ਮੈਂ ਕਿਹੜੀ ਲੋਕੇਸ਼ਨ ਤੇ ਕਿਸ ਟਾਈਪ ਦਾ ਬਿਜ਼ਨਸ ਦੇਖ ਰਿਹਾ, ਮੇਰਾ ਪ੍ਰਾਈਸ ਪੁਆਇੰਟ ਕੀ ਹੈ, ਮੈਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਇਸ ਬਿਜ਼ਨਸ ਵਾਸਤੇ। ਮਸਲਨ ਉਹਨਾਂ ਦਾ ਬਿਜ਼ਨਸ ਜਿਹੜਾ ਆ ਉਹ ਜੇ ਉਹਦੇ 'ਚ ਟਰਾਂਸਪੋਰਟ ਜ਼ਿਆਦਾ ਇਨਵੋਲਵਡ ਆ ਕਿ ਉਹ ਮੇਰਾ ਬਿਜ਼ਨਸ ਹਾਈਵੇ ਦੇ ਨੇੜੇ ਹੈਗਾ ਜਿੱਥੋਂ ਮੈਨੂੰ ਈਜ਼ੀ ਐਕਸੈਸ ਹੋਵੇ। ਜੇ ਉਹਨਾਂ ਦੀ ਕੋਈ ਮਟੀਰੀਅਲ ਦੀ ਪਾਰਟਿਕੂਲਰ ਨੀਡ ਹੈ ਕਿ ਉਸ ਮਟੀਰੀਅਲ ਦੀ ਸਪਲਾਈ ਜਿਹੜੀ ਆ ਉਹ ਮੈਨੂੰ ਕਿਤੇ ਬਹੁਤ ਜ਼ਿਆਦਾ ਦੂਰ ਤਾਂ ਨਹੀਂ ਜਾਣਾ ਪੈਂਦਾ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਨਾ ਜੀ ਉਹ ਕਾਸਟ ਦੇ ਨਾਲ ਜੁੜੀ ਹੋਈ ਆ। ਜੇ ਆਪਾਂ ਆਪਣੀ ਕਾਸਟ ਨੂੰ ਲੋ ਰੱਖ ਸਕਾਂਗੇ ਤਾਂ ਪ੍ਰੋਡਕਟਿਵਿਟੀ ਜਿਹੜੀ ਆ ਜ਼ਿਆਦਾ ਹੋਏਗੀ, ਪ੍ਰੋਫਿਟ ਮਾਰਜਿਨ ਜਿਹੜਾ ਜ਼ਿਆਦਾ ਹੋਏਗਾ, ਤੁਹਾਡਾ ਬਿਜ਼ਨਸ ਦੇ ਸਕਸੈਸਫੁਲ ਹੋਣ ਦੇ ਚਾਂਸਸ ਜਿਹੜੇ ਆ ਉਹ ਬਹੁਤ ਜ਼ਿਆਦਾ ਹੋ ਜਾਣਗੇ। ਕਿਉਂਕਿ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਜਿਹੜਾ ਇੱਕ ਬਹੁਤ ਵੱਡਾ ਮਸਲਾ ਆ। ਹੁਣ ਤਾਂ ਚਲੋ ਜੇ ਆਪਣੀ ਕਮਿਊਨਿਟੀ ਦੀ ਹੋਈ ਗੱਲ ਕਰੀਏ ਤੇ ਕਮਿਊਨਿਟੀ ਦੀ ਸਟਰੈਂਥ ਬਹੁਤ ਜ਼ਿਆਦਾ ਵੱਧ ਗਈ ਆ। ਤੁਹਾਨੂੰ ਵੀ ਯਾਦ ਹੋਣਾ ਸੈਣੀ ਸਾਹਿਬ, ਪੁਰਾਣੇ ਟਾਈਮ ਤੇ ਕੁਝ ਗਿਣੇ ਚੁਣੇ ਸਟੋਰ ਹੁੰਦੇ ਸੀਗੇ ਆਪਣੇ ਪੰਜਾਬੀ ਸਟੋਰ, ਔਰ ਦੂਰੋਂ ਲੋਕਾਂ ਨੂੰ ਆਉਣਾ ਪੈਂਦਾ ਸੀਗਾ, ਔਰ ਈਵਨ ਸਟੋਰਾਂ ਵਾਲੇ ਵੀ ਸਟਰਗਲ ਕਰਦੇ ਸੀਗੇ ਕਸਟਮਰ ਫਾਈਂਡ ਕਰਨ ਵਾਸਤੇ। ਲੇਕਿਨ ਹੁਣ ਜਿਵੇਂ ਹਰ ਇੱਕ ਥਾਂ ਤੇ ਆਪਣੀ ਪਾਪੂਲੇਸ਼ਨ ਵੀ ਵਧੀ ਹੈ, ਓਵਰਆਲ ਕੈਨੇਡਾ ਦੀ ਪਾਪੂਲੇਸ਼ਨ ਵੀ ਵਧੀ ਹੈ, ਉਹਦੇ ਨਾਲ ਕਸਟਮਰ ਬੇਸ ਵੱਡਾ ਹੋਇਆ ਆ, ਔਰ ਹਰ ਇੱਕ ਚੀਜ਼ ਜਿਹੜੀ ਆ ਉਹ ਕਹਿ ਲਓ ਕਿ ਪ੍ਰੋਫਿਟੇਬਲ ਜਾ ਰਹੀ ਹੈ ਜੇ ਤੁਸੀਂ ਇੱਕ ਸਹੀ ਪਲਾਨ ਰੱਖ ਕੇ ਆਪਣਾ ਬਿਜ਼ਨਸ ਚਲਾਉਂਦੇ ਹੋ। ਜਿਵੇਂ ਮੈਂ ਦੱਸਿਆ ਕਿ ਲੋਕੇਸ਼ਨ ਬਹੁਤ ਇੰਪੋਰਟੈਂਟ ਹੈ, ਤੁਹਾਡਾ ਬਜਟ ਜਿਹੜਾ ਆ। ਗੱਲ ਕੀ ਹੈ ਕਿ ਇਹਦੇ 'ਚ ਹਰ ਇੱਕ ਐਸਪੈਕਟ ਦੀ ਤੁਹਾਨੂੰ ਜਿਹੜੀ ਆ ਨਾ ਉਹ ਖਿਆਲ ਰੱਖਣਾ ਪਏਗਾ। ਉਹਦੇ ਵਾਸਤੇ ਮੇਰੇ ਖਿਆਲ 'ਚ ਸਭ ਤੋਂ ਸੌਖਾ ਤਰੀਕਾ ਜਿਹੜਾ ਆ ਕਿ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਲਈ ਜਾਵੇ, ਕਿਉਂਕਿ ਉਹਨਾਂ ਨੇ ਐਕਸਪੀਰੀਅੰਸ ਦੇ ਨਾਲ ਇੰਨੀਆਂ ਟ੍ਰਾਂਜੈਕਸ਼ਨਸ ਕੀਤੀਆਂ ਹੁੰਦੀਆਂ ਆ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਟਾਈਪ ਦੀ ਟ੍ਰਾਂਜੈਕਸ਼ਨ ਦੇ ਵਿੱਚ ਕਿਸ ਟਾਈਪ ਦੀਆਂ ਮੁਸ਼ਕਲਾਂ ਆ ਸਕਦੀਆਂ ਨੇ, ਕਿਸ ਟਾਈਪ ਦੀ ਸਾਨੂੰ ਡਿਊ ਡਿਲੀਜੈਂਸ ਕਰਨ ਦੀ ਲੋੜ ਆ, ਕਿਸ ਰਿਸੋਰਸਿਸ ਨੂੰ ਯੂਜ਼ ਕਰਕੇ ਇਸ ਟ੍ਰਾਂਜੈਕਸ਼ਨ ਨੂੰ ਕੰਪਲੀਟ ਕੀਤਾ ਜਾ ਸਕਦਾ ਔਰ ਇੱਕ ਵਧੀਆ
ਬਿਜ਼ਨਸ ਜਿਹੜਾ ਉਹ ਸਟੈਬਲਿਸ਼ ਕੀਤਾ ਜਾ ਸਕਦਾ ਆ। ਉਹਦੇ ਵਾਸਤੇ ਤੁਸੀਂ ਕਿਸੇ ਵੀ ਕੁਆਲੀਫਾਈਡ ਪ੍ਰੋਫੈਸ਼ਨਲ ਨਾਲ ਸੰਪਰਕ ਕਰ ਸਕਦੇ ਹੋ। ਸਕਰੀਨ ਤੇ ਸਾਡੀ ਇਨਫੋਰਮੇਸ਼ਨ ਆ ਰਹੀ ਹੈ, ਤੁਸੀਂ ਸਾਨੂੰ ਵੀ ਸੰਪਰਕ ਕਰੋ। ਸਾਡੇ ਨਾਲ ਕੀਤੀ ਹੋਈ ਇੱਕ ਮੀਟਿੰਗ ਮੈਂ ਹਮੇਸ਼ਾ ਕਹਿੰਦਾ ਆ ਤੁਹਾਡੇ ਹਜ਼ਾਰਾਂ ਨਹੀਂ ਲੱਖਾਂ ਡਾਲਰਸ ਦੀ ਸੇਵਿੰਗ ਕਰਵਾ ਸਕਦੇ ਨੇ। ਔਰ ਮਜ਼ੇ ਦੀ ਗੱਲ ਇਹ ਹੈ ਜੀ ਕਿ ਇਹ ਸਾਰਾ ਕੁਝ ਫ੍ਰੀ ਹੈ ਔਰ ਕੋਈ ਆਬਲੀਗੇਸ਼ਨ ਨਹੀਂ ਤੁਹਾਨੂੰ ਕਿ ਤੁਸੀਂ ਜੇ ਸਾਡੇ ਨਾਲ ਬੈਠ ਕੇ ਗੱਲਬਾਤ ਕਰ ਲਈ ਹੈ, ਇਨਫੋਰਮੇਸ਼ਨ ਲੈ ਲਈ ਹੈ ਤੇ ਤੁਹਾਨੂੰ ਸਾਡੇ ਨਾਲ ਹੀ ਕੰਮ ਕਰਨਾ ਪਏਗਾ। ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਤੁਹਾਡੀ ਇਸ ਮਸਲੇ ਦੇ ਵਿੱਚ ਹੈਲਪ ਕਰ ਸਕਦੇ ਹਾਂ ਤੇ ਡੈਫੀਨਿਟਲੀ ਮੋਸਟ ਵੈਲਕਮ, ਤੁਸੀਂ ਸਾਡੇ ਨਾਲ ਕੰਮ ਕਰੋ। ਬਟ ਬੋਟਮ ਲਾਈਨ ਹੈ ਕਿ ਕਿਸੇ ਪ੍ਰੋਫੈਸ਼ਨਲ ਦੀ ਹੈਲਪ ਜ਼ਰੂਰ ਲਵੋ ਬਜਾਏ ਆਪ ਸਾਰਾ ਕੰਮ ਕਰਨ ਦੇ। ਠੀਕ ਹੈ ਜੀ। ਔਰ ਟੀਮ ਅਰੋੜਾ ਕਾਫੀ ਵੱਡੀ ਇਹਨਾਂ ਦੀ ਟੀਮ ਹੈ ਔਰ ਇਹਦੇ ਵਿੱਚ ਹਰ ਤਰ੍ਹਾਂ ਦੇ ਇਹਨਾਂ ਦੇ ਨਾਲ ਲੋਕ ਕੰਮ ਕਰਦੇ ਆ ਜਿਨ੍ਹਾਂ ਦਾ ਕੰਮ ਜੇ ਕਮਰਸ਼ੀਅਲ ਦੀ ਗੱਲ ਹੈ ਤਾਂ ਉਹ ਫਿਰ ਕਮਰਸ਼ੀਅਲ ਦੇ ਹੀ ਫੀਲਡ ਵਿੱਚ ਉਹ ਐਕਸਪਰਟ ਨੇ। ਉਹਨਾਂ ਨੂੰ ਹਰ ਸਮਝ ਹੈ ਕਮਰਸ਼ੀਅਲ ਦੇ ਹਰ ਐਸਪੈਕਟ ਦੀ। ਤੋਂ ਆਪਣੀ ਕਮਿਊਨਿਟੀ ਵਿੱਚ ਬੜੇ ਲੋਕ ਹੁਣ ਆ ਰਹੇ ਆ ਇਹਨਾਂ ਦਿਨਾਂ ਦੇ ਵਿੱਚ, ਮਾਈਗ੍ਰੇਸ਼ਨ ਕਰਕੇ ਇੱਥੇ ਆ ਰਹੇ ਆ। ਉਹ ਬਿਜ਼ਨਸ ਖਰੀਦਦੇ ਆ ਕੇ ਉਹਦੇ ਬੇਸ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਵੀ ਮਿਲਦੀ ਹੈ। ਤਾਂ ਜਿਹੜੀ ਇਮੀਗ੍ਰੇਸ਼ਨ ਹੈ ਉਹ ਹੁਣ ਬਿਜ਼ਨਸ ਬੇਸਡ ਹੋਣ ਕਰਕੇ ਇਹਦੀ ਕਮਰਸ਼ੀਅਲ ਦੀ ਹੋਰ ਵੀ ਜਿਹੜੀ ਇੰਪੋਰਟੈਂਸ ਉਹ ਨਜ਼ਰ ਆ ਰਹੀ ਹੈ। ਤੇ ਜੇ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਜਾਣਦੇ ਹੋ ਜਿਹਨੇ ਕੋਈ 2-3-4 ਲੱਖ ਡਾਲਰ ਇਨਵੈਸਟ ਕਰਕੇ ਇੱਥੇ ਇਮੀਗ੍ਰੇਸ਼ਨ ਲੈਣੀ ਹੈ, ਉਹ ਵੀ ਕੈਟਾਗਰੀ ਹੈ। ਕਈ ਲੋਕ ਪਲਾਜ਼ੇ ਆਪਣੀ ਕਮਿਊਨਿਟੀ 'ਚ ਬੜਾ ਪਸੰਦ ਕਰਦੇ ਆ ਲੋਕ। ਔਰ ਹੋਟਲ ਵਾਲੇ ਮੈਂ ਦੇਖਿਆ ਜੀ ਆਲੇ ਦੁਆਲੇ GTA ਦੇ ਵਿੱਚ ਬਹੁਤ ਸਾਰੇ ਹੋਟਲ ਹੈ ਜਿਹੜੇ ਆਪਣੇ ਪੰਜਾਬੀਆਂ ਨੇ, ਆਪਣੀ ਕਮਿਊਨਿਟੀ ਦੇ ਲੋਕਾਂ ਨੇ ਹੁਣ ਲੈ ਰੱਖੇ ਆ। ਤਾਂ ਪੰਜਾਬੀ ਕਮਿਊਨਿਟੀ ਆਪਣੀ ਜਿਹੜੀ ਹੈ ਜਿਹਦਾ ਸ਼ੌਕ ਹੈ ਪ੍ਰਾਪਰਟੀਆਂ ਖਰੀਦਣਾ, ਤਾਂ ਜਿੱਥੇ ਫਿਰ ਪ੍ਰਾਪਰਟੀ ਖਰੀਦਣ ਦੀ ਗੱਲ ਆਵੇਗੀ ਉੱਥੇ ਰੀਅਲ ਸਟੇਟ ਦੇ ਪ੍ਰੋਫੈਸ਼ਨਲ ਤੋਂ ਲੋੜ ਪਏਗੀ। ਤਾਂ ਟੀਮ ਅਰੋੜਾ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਸਮੇਂ ਦੀ ਥੋੜੀ ਨਜ਼ਾਕਤ ਹੁੰਦੀ ਹੈ, ਇੰਨਾ ਵੱਡਾ ਵਾਸਟ ਸਬਜੈਕਟ ਇੱਕ ਪ੍ਰੋਗਰਾਮ 'ਚ ਸਮਾਪਤ ਕਰਨਾ ਕਈ ਵਾਰੀ ਸੰਭਵ ਨਹੀਂ ਹੁੰਦਾ। ਤਾਂ ਮੇਰੇ ਖਿਆਲ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ ਅਗਲੇ ਆਉਣ ਵਾਲੇ ਵੀਕ। ਹਾਂਜੀ ਸੈਣੀ ਸਾਹਿਬ, ਬਾਕੀ ਇੱਕ ਮੈਂ ਥੋੜੀ ਜਿਹੀ ਚੀਜ਼ ਐਡ ਕਰਨੀ ਚਾਹਾਂਗਾ। ਜਿੱਦਾਂ ਢਿੱਲੋਂ ਸਾਹਿਬ ਨੇ ਵੀ ਗੱਲ ਕੀਤੀ, ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਕਿ ਕਮਰਸ਼ੀਅਲ ਦੇ ਵਿੱਚ ਕੀ ਹੈ ਜੀ, ਜਿਹੜਾ ਇਹਨਾਂ ਨੂੰ ਖਰੀਦਣ ਦਾ ਤਰੀਕਾ ਵੀ ਕਹਿ ਸਕਦੇ ਹਾਂ ਆਪਾਂ, ਔਰ ਜਿਹੜਾ ਇਹਦਾ ਕ੍ਰਾਈਟੇਰੀਆ ਉਹ ਸੈਣੀ ਸਾਹਿਬ ਟੋਟਲੀ ਡਿਫਰੈਂਟ ਹੋ ਜਾਂਦਾ ਜੀ। ਔਰ ਆਪਾਂ ਅਗਲੇ ਵੀਕ ਇਹਦੀ ਥੋੜ੍ਹਾ ਜਿਹਾ ਫਾਈਨਾਂਸਿੰਗ ਬਾਰੇ ਵੀ ਗੱਲ ਕਰਾਂਗੇ ਕਿ ਕਮਰਸ਼ੀਅਲ ਦੀ ਜਿਹੜੀ ਫਾਈਨਾਂਸਿੰਗ ਅਰੇਂਜ ਕਰਨੀ ਆ ਉਹ ਕਿੱਦਾਂ ਅਰੇਂਜ ਹੁੰਦੀ ਹੈ, ਕਿਉਂਕਿ ਘਰਾਂ ਦੇ ਵਿੱਚ ਤਾਂ ਫਾਈਨਾਂਸਿੰਗ ਇੱਕ ਡਿਫਰੈਂਟ ਤਰੀਕੇ ਨਾਲ ਹੁੰਦੀ ਆ ਔਰ ਕਮਰਸ਼ੀਅਲ ਦੇ ਵਿੱਚ ਜਿਵੇਂ ਕਹਿ ਲਓ ਕਿ ਬੈਂਕਸ ਇਸ ਚੀਜ਼ 'ਤੇ ਬੜਾ ਖਾਸ ਕਰਕੇ ਉਹ ਖਿਆਲ ਰੱਖਦੇ ਨੇ ਕਿ ਉਹ ਜਿਹੜਾ ਬਿਜ਼ਨਸ ਆ ਉਹ ਬੰਦਾ ਆਪ ਆਪਰੇਟ ਕਰ ਰਿਹਾ, ਉੱਥੋਂ ਜਾਂ ਉਹਨੇ ਅੱਗੇ ਕਿਸੇ ਨੂੰ ਇਨਵੈਸਟਮੈਂਟ ਕਰਕੇ ਕਿਤੇ ਦਿੱਤਾ। ਦੇਅਰ ਆਰ ਸੋ ਮੈਨੀ ਫੈਕਟਰਸ ਸੈਣੀ ਸਾਹਿਬ ਕਮਰਸ਼ੀਅਲ ਦੇ ਵਿੱਚ ਨੇ ਜਿਹੜੇ ਕਿ ਡਿਫਰੈਂਟ ਨੇ ਘਰਾਂ ਦੇ ਨਾਲੋਂ। ਤੇ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਅਗਲੇ ਵੀਕ ਜ਼ਰੂਰ ਇਹਦੇ ਬਾਰੇ ਗੱਲ ਕਰਦੇ ਹਾਂ। ਡੈਫੀਨੇਟਲੀ ਜੀ, ਤੁਹਾਡਾ ਅਗਰ ਇਨਵੈਸਟਮੈਂਟ ਦਾ ਸ਼ੌਕ ਹੈ, ਤੁਹਾਨੂੰ ਇਨਵੈਸਟਮੈਂਟ ਤੁਹਾਡੀ ਕੋਈ ਚਾਹਤ ਹੈ ਔਰ ਤੁਸੀਂ ਘਰਾਂ 'ਚ ਹੁਣ ਤੱਕ ਕਰਦੇ ਰਹੇ ਹੋ, ਪਰ ਹੁਣ ਤੁਸੀਂ ਮਨ ਬਣਾਇਆ ਕਿ ਨਹੀਂ ਮੈਂ ਕਮਰਸ਼ੀਅਲ 'ਚ ਵੀ ਜਾ ਕੇ ਥੋੜ੍ਹਾ ਜਿਹਾ ਹੱਥ ਅਜ਼ਮਾਉਣਾ ਚਾਹੁੰਦਾ, ਕੋਈ ਹਰਜ ਨਹੀਂ, ਬੜਾ ਵਧੀਆ ਇਹ ਫੀਲਡ ਹੈ। ਇਹਦੇ ਲਈ ਤੁਸੀਂ ਇਹਨਾਂ ਨਾਲ ਬੈਠੋ, ਮੀਟਿੰਗ ਕਰੋ ਔਰ ਇਹਨਾਂ ਨੂੰ ਦੱਸੋ ਤੁਹਾਡੇ ਅੰਦਰ ਮਨ ਦੇ ਵਿੱਚ ਇੱਛਾ ਹੈ, ਕੀ ਤੁਹਾਡੀ ਲੋੜ ਹੈ। ਔਰ ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਤੁਹਾਨੂੰ ਬਹੁਤ ਹੀ ਵਧੀਆ ਇਹਨਾਂ ਕੋਲੋਂ ਚੁਆਇਸਿਸ, ਆਪਸ਼ਨ ਔਰ ਐਡਵਾਈਸ ਜਿਹੜੀ ਆ ਉਹ ਮਿਲੇਗੀ। ਤਾਂ ਇਹਨੂੰ ਜਾਰੀ ਰੱਖਦੇ ਹਾਂ ਜੀ ਅਗਲੇ ਹਫਤੇ। ਠੀਕ ਹੈ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਇਹ ਸੀ ਸਾਡਾ ਅੱਜ ਦਾ ਪ੍ਰਵਾਸੀ ਪ੍ਰਾਪਰਟੀ ਦਾ ਸਪੈਸ਼ਲ ਸ਼ੋਅ ਔਰ ਅਗਲੇ ਮਹਿਮਾਨ ਨਾਲ ਅਗਲੇ ਹੋਰ ਵਿਸ਼ਿਆਂ ਉੱਤੇ ਗੱਲਬਾਤ ਜਾਰੀ ਰਹੇਗੀ ਔਰ ਇਹਨਾਂ ਨਾਲ ਵੀ ਅਗਲੇ ਹਫਤੇ ਅਸੀਂ ਹੋਰ ਨਵੇਂ ਵਿਸ਼ੇ ਕਮਰਸ਼ੀਅਲ ਦੇ ਹੀ ਵਿਸ਼ੇ ਨੂੰ ਕੰਟੀਨਿਊ ਕਰਾਂਗੇ।